ਧੰਨ ਵਾਹਿਗੁਰੂ ਸਾਹਿਬ ਜੀ। ਇਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵਾਂ, ਤਉ ਪਰਮ ਗੁਰੂ ਨਾਨਕ ਗੁਣ ਗਾਵਾਂ। ਤਾਸ ਚਰਨ ਲੈ ਹਿਰਦੈ ਬਸਾਵਾਂ, ਤਉ ਪਰਮ ਗੁਰੂ ਨਾਨਕ ਗੁਣ ਗਾਵਾਂ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਦਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਲਿਖਿਆ, ਸੇ ਫਿਰ ਗਰਬਾਸ ਨਾ ਪੜਿਆ ਰੇ। ਗੁਰੂ ਨਾਨਕ ਜਿਨ ਸੁਣਿਆ ਲਿਖਿਆ, ਸੇ ਫਿਰ ਗਰਬਾਸ ਨਾ ਪੜਿਆ ਰੇ। ਪਰਮ ਸਨਮਾਨਯੋਗ ਜੁਗ ਜੁਗ ਅਟਲ ਸਤਿਗੁਰੂ, ਜਬਰ ਸ਼ਬਦ ਤਖਤ ਦੇ ਮਾਲਕ, ਵਾਲੀਏ ਕੁਲ ਆਲਮ ਸਰਬਰੇ ਕਾਇਨਾਤ ਦੇ ਕਰਤਾ, ਸ੍ਰਿਸ਼ਟੀ ਦੇ ਕਰਨਹਾਰ, ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਮਹਾਨ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗ੍ਰੇਟਰ ਕੈਲਾਸ਼ ਪਾਰਟ 2 ਦੇ ਇਸ ਮਹਾਨ ਪਾਵਨ ਪਵਿੱਤਰ ਅਸਥਾਨ ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਰਗਾਹ ਵਿੱਚ ਸੁਭਾਇਮਾਨ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ, ਆਓ ਪਿਆਰ ਸਹਿਤ ਗੁਰਫਤਿਹ ਗੁਰੂ ਪ੍ਰਵਾਨ ਦਿਓ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਤਾਂ ਦੇ ਯੋਗ ਹਾਂ ਜੋ ਅੱਜ ਦਾ ਮਹਾਨ ਪਾਵਨ ਪ੍ਰਕਾਸ਼ ਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਉਣ ਹਿਤ ਸਤਿਗੁਰੂ ਜੀ ਨੇ ਸਾਨੂੰ ਇਹ ਅੰਮ੍ਰਿਤ ਵੇਲੇ ਤੋਂ ਮਹਾਨ ਆਪਣੀ ਸਤ ਸੰਗਤ ਰੂਪੀ ਗੋਦ ਦਿੱਤੀ ਹੈ। ਗੁਰੂ ਕੀ ਸੰਗਤ ਭਾਈ ਸਾਹਿਬ ਗੁਰਦਾਸ ਜੀ ਨੂੰ ਜੇ ਪੜ੍ਹੀਏ ਨਾ, ਤਾਂ ਭਾਈ ਸਾਹਿਬ ਗੁਰਦਾਸ ਜੀ ਨੇ ਬੜੀ ਖੂਬਸੂਰਤ ਇਸ ਗੱਲ ਦੀ ਵਿਆਖਿਆ ਕੀਤੀ। ਆਖਣ ਲੱਗੇ, ਇਸ ਸੰਸਾਰ ਦੇ ਵਿੱਚ ਜਿਹੜੇ ਗੁਰੂ ਨੂੰ ਭਾ ਜਾਂਦੇ ਨੇ, ਜਿਹੜੇ ਗੁਰੂ ਨੂੰ ਆਪਣਾ ਸਾਰਾ ਕੁਝ ਸੌਂਪ ਦਿੰਦੇ ਨੇ, ਉਹਨਾਂ ਦੀ ਨਿਸ਼ਾਨੀ ਕੀ ਹੈ? ਤਾਂ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੋ ਚੀਜ਼ਾਂ ਐਸੀਆਂ ਦੇ ਦਿੰਦਾ ਹੈ ਕਿ ਕੁੱਟ ਕੁੱਟ ਕੇ ਉਹਨਾਂ ਵਿੱਚ ਭਰੀਆਂ ਹੁੰਦੀਆਂ। ਉਹ ਹੈ ਭਾਉ ਤੇ ਭਾਉ। ਸਾਰੇ ਹੀ ਬੜੇ ਗੁਰਮੁਖ ਨੇ ਜੋ ਆਪ ਜੀ ਬੈਠੇ ਹੋ, ਗੁਰਬਾਣੀ ਦਾ ਜਾਪ ਕਰਦੇ,
ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਦੋ ਸ਼ਬਦ ਇੱਕ ਕਰਨੇ ਦੇ ਫਰਕ ਨਾਲ ਆਉਂਦੇ, ਇੱਕ ਹੈ ਭਾਉ ਤੇ ਦੂਜਾ ਹੈ ਭਾਉ। ਭਾਉ ਸ਼ਬਦ ਦਾ ਅਰਥ ਹੈ ਪ੍ਰੇਮ ਤੇ ਭਾਉ ਸ਼ਬਦ ਦਾ ਭਾਵ ਹੈ ਡਰ। ਭਾਈ ਸਾਹਿਬ ਗੁਰਦਾਸ ਕਹਿੰਦੇ ਜਿਸ ਸਿੱਖ ਦੇ ਹਿਰਦੇ ਵਿੱਚ ਭਾਉ ਤੇ ਭਾਉ ਡਰ ਤੇ ਪ੍ਰੇਮ ਦੀ ਇਹ ਭਾਵਨਾ ਪ੍ਰਗਟ ਹੋ ਜਾਏ, ਉਹ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੈ। ਤੇ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਹੈ, ਉਹ ਨਿਰੰਕਾਰ ਦੇ ਘਰ ਵਿੱਚ ਆਪਣੇ ਆਪ ਹੀ ਸ਼ੋਭਨਿਕ ਬਣ ਜਾਂਦਾ, ਕਿਉਂਕਿ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਤੇ ਤੁਸੀਂ ਸਾਰੇ ਸੰਗਤ ਜੀ ਹਰੀ ਦੇ ਪਿਆਰੇ ਹੋ, ਜੋ ਮਹਾਰਾਜ ਨੇ ਅੱਜ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਮਨਾਉਣ ਹਿੱਤ ਤੁਹਾਡੇ ਹਿਰਦੇ ਰੂਪੀ ਘਰਾਂ ਵਿੱਚ ਵੀ ਗਿਆਨ ਦਾ ਪ੍ਰਕਾਸ਼ ਸਤਿਗੁਰੂ ਜੀ ਨੇ ਦਿੱਤਾ, ਔਰ ਆਪ ਜੀ ਉਸ ਗਿਆਨ ਦੇ ਪ੍ਰਕਾਸ਼ ਦੀ ਰੋਸ਼ਨੀ ਨਾਲ ਸਤ ਸੰਗਤ ਵਿੱਚ ਆ ਕੇ ਆਤਮਾ ਦਾ ਪਰਮਾਤਮਾ ਨਾਲ ਮੇਲ ਕਰਾਵੇ। ਭਾਈ ਸਾਹਿਬ ਗੁਰਦਾਸ ਜੀ ਲਿਖਦੇ ਕਹਿੰਦੇ, ਕੁਰਬਾਨੀ ਤਿਨਾ ਗੁਰਸਿੱਖਾਂ ਪਾਉ ਭਗਤ ਗੁਰਪੁਰਬ ਕਰਨ ਦੇ। ਕਹਿਣ ਲੱਗੇ ਮੈਂ ਉਹਨਾਂ ਤੋਂ ਕੁਰਬਾਨ ਜਾਣਾ, ਬਲਿਹਾਰ ਜਾਣਾ ਹਾਂ ਜਿਹੜੇ ਪ੍ਰੇਮਾ ਭਗਤੀ ਨਾਲ ਬੱਧਾ ਚੱਟੀ ਨਹੀਂ, ਪ੍ਰੇਮਾ ਭਗਤੀ ਨਾਲ ਆਪਣੇ ਗੁਰੂ ਦੇ ਆਪਣੇ ਇਸ਼ਟ ਦੇ ਪੁਰਬਾਂ ਨੂੰ ਮਨਾਉਂਦੇ ਨੇ। ਕਹਿਣ ਲੱਗੇ ਇਹ ਵਡਭਾਗਿਆਂ ਨੂੰ ਇਹ ਦਿਨ ਪ੍ਰਾਪਤ ਹੁੰਦੇ ਨੇ ਹਰ ਕਿਸੇ ਨੂੰ। ਜ਼ਰੂਰੀ ਨਹੀਂ ਕਿ ਗਿਣਤੀ ਬਹੁਤੀ ਹੋਵੇ ਜਾਂ ਥੋੜੀ ਹੋਵੇ। ਭਾਈ ਸਾਹਿਬ ਗੁਰਦਾਸ ਜੀ ਨੇ ਤੇ ਇਹ ਵੀ ਦਿਨ ਨਾ ਕੀਤਾ। ਕਹਿਣ ਲੱਗੇ ਇੱਕ ਸਿੱਖ ਹੈ, ਇੱਕ ਸਿੱਖ ਤੋਂ ਵਧੇਰੇ ਕੋਈ ਦੂਜਾ ਸਿੱਖ ਆਣ ਕੇ ਗੁਰੂ ਦੇ ਦਿਨ ਦੀ, ਗੁਰੂ ਦੀ ਯਾਦ ਵਿੱਚ ਜੁੜ ਕੇ ਗੁਰੂ ਦਾ ਚਿੰਤਨ ਕਰੇ ਤੇ ਉਹ ਸਤ ਸੰਗਤ ਹੈ। ਇੱਕ ਤੋਂ ਵਧੇਰੇ ਇੱਕ ਸਿੱਖ ਬੈਠ ਜਾਏ ਤੇ ਉਹ ਸਤ ਸੰਗਤ ਬਣ ਗਈ। ਦੋ ਤੋਂ ਵਧੇਰੇ ਸਿੱਖ ਆ ਜਾਵਣ ਤੇ ਕਹਿੰਦੇ ਉਸ ਸੰਗਤ ਦੇ ਨਾਲ ਪਰਮੇਸ਼ਰ ਦਾ ਰੂਪ ਬਣ ਗਏ। ਮੇਰੇ ਅਲਫਾਜ਼ ਨਹੀਂ, ਭਾਈ ਸਾਹਿਬ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹੋ ਤਾਂ ਉੱਥੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਜੇ ਦੋ ਤੋਂ ਵਧੇਰੇ ਸਿੱਖ ਆ ਜਾਵਣ ਤੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਗੁਰੂ ਨਾਨਕ ਸਾਹਿਬ ਆਪ ਕਹਿੰਦੇ ਵੀ ਉਸ ਸੰਸਾਰ ਵਿੱਚ ਪਰਮੇਸ਼ਰ ਦਾ ਸਰੂਪ ਨੇ, ਜਿਹੜੇ ਹਰੀ ਵਾਹਿਗੁਰੂ ਪਰਮਾਤਮਾ ਦੀ ਇਬਾਦਤ ਪ੍ਰੇਮ ਨਾਲ, ਸ਼ਰਧਾ ਨਾਲ, ਭਾਵਨਾ ਨਾਲ, ਭਾਉ ਭਗਤੀ ਨਾਲ ਗਾਉਂਦੇ ਨੇ, ਜਿਹੜੀ ਤੁਸੀਂ ਗਾ ਰਹੇ। ਸਾਹਿਬ ਨੇ ਕਿਰਪਾ ਕੀਤੀ। ਮੈਂ ਅੱਜ ਦੇ ਇਸ ਹੋਣ ਵਾਲੇ ਸਮੇਂ ਵਿੱਚ ਆਪ ਜੀ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੂੰ ਹੀ ਫੋਕਸ ਕਰਕੇ ਕੁਝ ਕੁ ਵਿਚਾਰਾਂ ਕਰਾਂਗਾ, ਕਿਉਂਕਿ ਸਤਿਗੁਰੂ ਜਿੱਥੇ ਅਥਾਹ ਨੇ, ਅਗੰਮ ਨੇ, ਅਗੋਚਰ ਨੇ। ਅਗੰਮ ਦਾ ਭਾਵ ਜਿੱਥੇ ਮਨ ਕਰਕੇ ਨਹੀਂ ਪਹੁੰਚਿਆ ਜਾ ਸਕਦਾ। ਅਗੋਚਰ ਦਾ ਅਰਥ ਹੈ ਜਿਸ ਬਾਰੇ ਅਸੀਂ ਸੋਚ ਨਹੀਂ ਸਕਦੇ, ਉਹ ਏਡਾ ਵੱਡਾ ਵਾਹਿਗੁਰੂ ਹੈ। ਉਹ ਸਾਰੇ ਯੂਨੀਵਰਸਲ ਟਰੁਥ ਵਿੱਚ ਵਸਿਆ ਹੈ। ਜਿੱਥੇ ਵੀ ਵੇਖ ਲਓ ਉਹ ਸਤ ਰੂਪ ਵਿੱਚ ਆਪ ਸਾਰੇ ਪਾਸੇ ਪਸਰਿਆ ਹੈ, ਜਿਹਨੂੰ ਆਸਾ ਕੀ ਵਾਰ ਵਿੱਚ ਸਾਹਿਬ ਕਹਿੰਦੇ, ਦੁਈ ਕੁਦਰਤ ਸਾਜੀਆ ਕਰ ਆਸਨ ਡਿਠੋ ਜਾਓ। ਬੜੇ ਚਾਅ ਨਾਲ ਮਾਲਕ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ, ਆਪ ਵਿੱਚ ਬੈਠ ਕੇ ਇਸ ਸ੍ਰਿਸ਼ਟੀ ਨੂੰ ਵੇਖ ਰਿਹਾ ਹੈ ਕਿ ਇਹ ਜੀਵ ਕਰ ਕੀ ਰਹੇ ਨੇ ਮੇਰੇ ਬਣਾਏ। ਤੇ ਜਿਹੜੇ ਆਪ ਜੀ ਵਰਗੇ ਅੰਮ੍ਰਿਤ ਵੇਲੇ ਉੱਠ ਗੁਰਬਾਣੀ ਦਾ ਜਾਪ ਕਰਦੇ ਨੇ, ਨਾਮ ਜਪਦੇ ਨੇ, ਸਤਿਗੁਰੂ ਕਹਿਣ ਲੱਗੇ ਇਹਨਾਂ ਨੂੰ ਨਿਰੰਕਾਰ ਦੇ ਘਰ ਵਿੱਚ ਉਹ ਬਖਸ਼ਿਸ਼ਾਂ ਤੇ ਖੁਸ਼ੀਆਂ ਦੇ ਖਜ਼ਾਨੇ ਮਿਲਣਗੇ। ਪਰ ਜਿਹੜੇ ਕਦੀ ਉੱਠੇ ਨਹੀਂ, ਨਾਮ ਜਪਿਆ ਨਹੀਂ, ਬਾਣੀ ਪੜ੍ਹੀ ਨਹੀਂ, ਸਾਹਿਬ ਕਹਿੰਦੇ ਉਹ ਆਪਣਾ ਹਸ਼ਰ ਆਪ ਭੁਗਤਣ। ਪ੍ਰਕਾਸ਼ ਸ਼ਬਦ ਅਸੀਂ ਵਰਤਦੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਨਮੇ ਨਹੀਂ, ਉਹਨਾਂ ਦਾ ਪ੍ਰਕਾਸ਼ ਹੋਇਆ, ਉਹ ਪ੍ਰਗਟ ਹੋਏ ਨੇ। ਭਾਈ ਸਾਹਿਬ ਗੁਰਦਾਸ ਜੀ ਦੀ ਬਾਤ ਸਾਰੇ ਹੀ ਪੜ੍ਹਦੇ ਨੇ। ਸਤਿਗੁਰੂ ਨਾਨਕ ਪ੍ਰਗਟਿਆ ਮਿਲੀ ਧੁੰਦ ਜਗ ਚਾਨਣ ਹੋਆ। ਵੇਖੋ ਜਿਹੜੀ ਚੀਜ਼ ਸੰਸਾਰ ਵਿੱਚ ਪ੍ਰਗਟਦੀ ਹੈ, ਪ੍ਰਕਾਸ਼ ਹੁੰਦੀ ਹੈ, ਉਹ ਕਦੀ ਬਿਨਸਦੀ ਨਹੀਂ। ਜਿਹਦਾ ਜਨਮ ਹੈ ਉਹਨੇ ਮਰਨਾ ਹੈ। ਜਿਹੜੀ ਚੀਜ਼ ਬਣਾਈ ਗਈ ਉਹ ਖਤਮ ਹੋਏਗੀ, ਪਰ ਜਿਹੜੀ ਚੀਜ਼ ਪ੍ਰਗਟ ਹੋਈ ਹੈ ਉਹ ਕਦੀ ਖਤਮ ਨਹੀਂ ਹੋ ਸਕਦੀ। ਤਾਂ ਹੀ ਗੁਰੂ ਬਾਬਾ ਜੀ ਨੇ ਲਿਖਿਆ, ਕਹਿਣ ਲੱਗੇ
कि जे 100 चंदा उगवह सूरज चढ़े हजार एते चानन हुंदिया गुरबिन घोर अंधार। कहन लगे जेकर सैकड़े ही संसार विच ये उग जावन सूरज वर्गी रोशनी दे देवन, पर कहन लगे दूजे पासे अपनी शीतलता चंद्रमा भी दे देन हजारां। एक पासे गुरु नानक साहब जी दे घर दे प्रकाश की गल कर लो, जेड़ा प्रकाश गुरु नानक साहब जी दे आगमन ते सृष्टि ते होया, ऐसा प्रकाश हजारां सूरजां की चंद्रमावां की किसी दी रोशनी के बराबर भी नहीं। वो भी फिक्के, जिस बाबत आप जी भी ये वचन बाणी में पढ़ते हो ते भट्टा ने भी ये वचन गाया, वो भी ये गल कहते हैं कि गुरु नानक साहब बलियो चिराग अंधियार में सब कर उतरी एक नाम धर्म प्रगट सगल हर भवन में जन नानक गुर पार ब्रह्म। गुरु नानक साहब एक दीपक मान संसार में प्रगट हुए। ये दीपक की निशानी की है, तुसी कभी भी देखियो असी दीप जगाउने तां एक बुझिया होया दीप एक जगदा होया दीप नाल छुप जाए ते जगदे हुए दीप की लो वांग ही बुझिया होया दीप भी उसे लो विच आ जाए। कभी ये फर्क नहीं रखिया। जिवें असी पिछे के बंदी छोड़ दिवस दीपावली का त्योहार मनाया, दीप जलाए गए हैं। जे एक दीप ने जेहो जा चानन अपने आप को दिता, वही चानन बुझिया होया नूं भी दे दिता, कोई फर्क नहीं रखिया। कहन लगे गुरु नानक साहब भी वो दीपक वांग संसार विच आए। भट्ट साहब कहते जिन्हां ने भी गुरु नानक साहब जी दी उस ज्ञान रूपी दीपक विच गल वकड़ी पाई, सारे दे सारे गुरु नानक साहब का ही रूप बन गए, कोई फर्क नहीं। तां ही किया ना कि एक बाबा अकाल रूप दूजा रबाबी मरदाना। इत्थे ये भाव नहीं कि भाई मरदाना जी सन, जे असी भावना से समझिए तो इत्थे ये अर्थ ने कि गुरु नानक साहब महाराज जी ने उन्हां डिग्गिया होया नूं भी चुक के अपनी गल पकड़ी विच ला लिया, जिन्हां दी कोई बात नहीं सी पुछदा, जिन्हां बारे कोई जानदा नहीं। समा सुहावना आया राय कोई दी तलवंडी स्थान है। पिता मेहता कालू उस समय नगर दे विच पटवारी सन। बड़ा बड़ा एक गवर्नमेंट का एक अहुदा सी, जिस अहुदे ते ये सारी अपनी ड्यूटी करते सन। इन्ना शाहूकार बहुत धनवान होने के बावजूद भी अज सारे पासे सोचा पै रही ने कि भाई मेहता कल्याण जी आप जी के घर में अजे पुत्र नहीं, पर ऐसी अकाल पुरख परमात्मा ने कला वरताई कि धन माता की तृप्ता जी की कुखों तब गुरु नानक देव साहब सच्चे पातशाह जी ने अज के दिन 1469 में साहब जी ने प्रकाश धारण किया। ऐसा प्रकाश धारिया दाई दौलतां शर्शार हो गई, निहाल हो गई। तन ओ मां जी की कुख चो ऐसे रब्बी संत भगत ने जन्म लिया, वो मां जी का ना ही केवल तृप्ता नहीं, वो वाकई तृप्त हो गई, सदा ही तृप्त हो गई कि आज वो रब्बी संत भगत ने ऐसे महापुरुष ने एक मां के कुख चो जन्म लिया। संगत जी गुरु साहब जी की बाणी भी गल कहती, महाराज कहते एक मां का फर्ज है अपनी कुख चो जन्म लैण वाले बालक नूं हमेशा गुरु की बाणी की ओ हर की कथा गुरमत की सोची बचपन तो ही उन्होंने दवे, तां बीज नाश नहीं। बचपन तो ही जेकर आपां जड़ नूं संभाल लवांगे, बीज की चंगी परवरिश करांगे, अगे चल के वो बीज नाश नहीं होएगा, जड़ खत्म नहीं होएगी। धन गुरु नानक साहब जी का रब्बी नूर वेखिया, ऐसा नूर चल गया। ताई भाई साहब गुरदास जी ने क्या कहते, सतगुरु नानक प्रगटिया मिटी धुंध, जग चानण होया अज्ञानता दी धुंध, कूड़ दी धुंध, भ्रिष्टाचार दी धुंध जिहड़ी फैली पई सी, धर्म किते दिख नहीं रहा सी। कहण लगे गुरु नानक साहब जी दे प्रगट होण दे नाल अज हर एक नूं आस बज गई
कि हुण साडे पासे जिन्ने भी अज्ञानता दे कूड़ दे ये फैला ने जेडे सानू धर्म दा मार्ग नहीं दिखा रहे, हुण ये खत्म हो जाएंगे। और होए भी किस तरह होए, कहते ज्यों कर सूरज निकलिया तारे छपे अंधेर खलोया। कहते जिस तरह दिन चढ़ता है, सूरज प्रकाश दिंदा है ते हनेरा खत्म होने लगता है। हुण सदा लई इस संसार की सृष्टि ते वो अज्ञानता दा हनेर खत्म हो गया ते ज्ञान दा सूरज धन गुरु नानक साहब महाराज सदा लई प्रगट हो गया। वो केड़ा सूरज जिस बाबत सतगुरु जी की पावन बाणी विच भाई सत्ता बलवंत जी लिखते ने, कहते नानक राज चलाया सच कोट सतानी नीवद है। गुरु नानक साहब जी के प्रगट होने दे नाल ये नानक दा राज प्रगट होया। कैसा राज, जिस राज विच सच दी नींह भरी गई, जिस राज विच किरक दी नींह भरी गई, जिस राज दे विच गलीमी का और पैगामता का, एकता का, भाईचारक सांझ का जिहड़ा मुजस्मा सी वो नींह विच भरिया। समय की मंग सी, क्योंकि काली कूड़ बूर मल खाए, ब्राह्मण नावै जियां गाए, जोगी जुगत ना जाने अंग, तीने उजाड़ी का बदलान। असी धर्म की गल करिए ते धर्म के ये तीन आगू सन जिहड़े प्रीचर सन, प्रचारक सन धर्म का विकास करने विच। पहला सी कादी, कादी का भाव है काजी। इस्लाम को पढ़ो ते इस्लाम धर्म विच जिहड़ा काजी है, एक काजी धर्म का एक प्रचारक है, धर्म का आगू है, जो अपने धर्म दियां जिवें असीं कहते हैं ना सिख रहत मर्यादा जां रहतनामे, इस्लाम दी जेकर तुसीं स्टडी करो ते ओहदे विच इस्लाम दे विच वो हदीस कहते ने, हदीस कहते ने रहतनामे। कहण लगे उन्हां हदीसां अनुसार अपने धर्म नूं चलाउंदा है। जेकर कोई मोमन उन्हां हदीसां रहत अपनी मर्यादा अनुसार नहीं चलता, उन्होंने फिर सजा दी एक काजी दिंदा। पर गुरु नानक साहब ने प्रकाश वेले ते की सी, कादी कूड़ बोल मल खाए। उन्हें धर्म नूं तां की ध्यान देना सी, वो आप ही कूड़ बोल बोल के संसार विच लोकां नूं खा रहा सी। दूसरा है इस हिंदू धर्म में जिन्हों सनातन धर्म भी कहा जाता है। सनातन की फिलोसफी लेकर पढ़ो तो सारी मैथोलॉजी है, कोई सच नहीं होने विच। मैथोलॉजी होने करके इन्हों संसार के दानेश्वरा ने सनातन नाम दिता, जिसका कोई मुੱਢ नहीं पता, जिस दी उथान कित्थों होया, कित्थों विकास होया, इस बात की जानकारी। एक सनातन धर्म का आगू सी ब्राह्मण, इन्हें ते अगे ही चार वर्ग बना दिते। लोकां दे रंग वेख के, नस्ल वेख के, भेद वेख के। पर सतगुरु सच्चे पातशाह महाराज जी के प्रगट होने दे नाल ये भी भरम सब तो बड़ा अज खत्म हो गया। संगत जी कहण लगे वो ब्राह्मण भी जेड़ा सी लोकां नूं कहंदा सी भी असीं सुच्चे हां, बाकी अपवित्र ने। ते महाराज सच्चे पातशाह जी ने ये भी भरम अपने प्रकाश होने ते खत्म कर दिता। जिन्ने भी वर्ग सन इन्हां खत्म करके बाणी चों उपदेश दिता कि नीचा अंदर नीच जात, नीची हूं अत नीच, नानक तिनकै संग साथ गड्डियां स्यों क्या रीस। तीसरा सी जोगी, कहते जोगी जुगत ना जाना यार। जोगी भी जेड़ा सी संसार विच धर्म कमाउण दी थां ते शरीर तपा रहा सी, संसार नूं छड्डण दी गल कर रहा सी। साहब कहते ये धर्म का विकास नहीं सी कर रहे, ये धर्म के नाम ते लोकां नूं ठग रहे सन ते आप ही अज्ञानता विच फसे सन। सतगुरु की प्रकाश हुई। अज बालक का चेहरा तकिया सब तो पहला ते दाई दोस्तां ने तके। जदों चेहरा तकिया सदा अखां जड़ियां सन दीद ने दीदार साहिब, गच नहीं इसका मोल। कहते इन्हां दीदियां नाल, इन्हां अखां नाल अपने साहिब दे अज वाके जदों दर्शन कर रहे ते दाई दौलतां कहण लगी हुण मेरे हाथ विच धन नहीं, दौलत नहीं, रब्बी रूप गुरु नानक साहब का सारा ही वो खजाना गुरु नानक साहब जी दी बेअंत बख्शिशां अज मेरे जीवन विच प्राप्त हो गई। मैं तां कालियाण जी पास आण के एक खबर दित्ती कि पटवारी जी
ਅੱਜ ਤੁਹਾਡੇ ਘਰ ਵਿੱਚ ਬਾਲਕ ਸਪੁੱਤਰ ਨੇ ਜਨਮ ਲਿਆ ਹੈ। ਉਹ ਪਟਵਾਰੀ ਆਖਣ ਲੱਗਾ, ਕਲਿਆਣ ਦਾਸ ਕਹਿਣ ਲੱਗੇ, 10 ਕਾਈ ਦੌਲਤਾਂ ਕੀ ਚਾਹੀਦਾ ਹੈ? ਜੋ ਮੰਗੇਗੀ ਸੋ ਦੇਵਾਂਗਾ। ਸੰਸਾਰ ਵਿੱਚ ਹਰ ਥਾਂ ਤੇ ਘਰ ਵਿੱਚ ਬਾਲਕ ਦੇ ਜਨਮ ਹੁੰਦੇ ਨੇ, ਤੂੰ ਜਾਣੀ ਹੈ। ਕੋਈ ਤੈਨੂੰ ਧਨ ਦਿੰਦਾ ਹੈ, ਕੋਈ ਤੈਨੂੰ ਖਾਣ ਲਈ ਪਦਾਰਥ ਦਿੰਦਾ ਹੈ। ਤੂੰ ਜੋ ਅੱਜ ਦੁਨੀਆ ਦੀ ਚੀਜ਼ ਮੰਗੇਗੀ ਮੈਂ ਤੈਨੂੰ ਦੇਵਾਂਗਾ, ਕਿਉਂਕਿ ਮੇਰੇ ਘਰ ਵਿੱਚ ਪੁੱਤਰ ਨੇ ਜਨਮ ਲਿਆ। ਦਾਈ ਦੌਲਤਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਉਹ ਹੰਝੂ ਨੇ। ਵੈਰਾਗਤਾ ਦੀ ਅੰਦਰ ਹਿਰਦੇ ਵਿੱਚ ਮੂਰਤ ਹੈ। ਹੱਥ ਜੋੜ ਕੇ ਆਖਣ ਲੱਗੀ, ਪਟਵਾਰੀ ਜੀ, ਮੈਂ ਤਾਂ ਕਲਿਆਣ ਦਾਸ ਜੀ, ਬੜੇ ਪੁੱਤਰਾਂ ਦੇ, ਬੜੇ ਬੱਚਿਆਂ ਦੇ, ਬੜੇ ਧੀਆਂ ਦੇ ਜਨਮ ਮੇਰੇ ਹੱਥੋਂ ਹੋਏ ਨੇ, ਪਰ ਅੱਜ ਜਿਹੜਾ ਬਾਲਕ ਤੁਹਾਡੇ ਘਰ ਵਿੱਚ ਪ੍ਰਗਟ ਹੋਇਆ ਹੈ, ਇਹ ਬਾਲਕ ਨਹੀਂ, ਇਹ ਸੰਤ ਹੈ, ਇਹ ਭਗਤ ਹੈ, ਇਹ ਬ੍ਰਹਮ ਗਿਆਨੀ ਔਲੀਆ ਅਵਤਾਰ ਹੈ, ਜਿਹਦੇ ਦਰਸ਼ਨ ਕਰਨੇ ਮੇਰੀਆਂ ਅੱਖਾਂ ਨੇ ਸਦਾ ਸਦਾ ਲਈ ਉਸ ਨਿਰੰਕਾਰ ਦੇ ਵਿੱਚ ਆਪਣੀ ਦਿਲ ਜੋੜ ਲਈ। ਸਦਾ ਸਦਾ ਲਈ ਮੈਂ ਨਾ ਕਰਕੇ ਦੌਲਤਾਂ ਨਹੀਂ, ਹੁਣ ਵਾਕਈ ਮਨ ਕਰਕੇ ਵੀ ਦੌਲਤਾਂ ਵਾਲੀ ਬਣ ਗਈ। ਐਸੇ ਸੰਤ ਭਗਤ ਦੇ ਮੈਨੂੰ ਦੀਦਾਰ ਹੋ। ਦਾਈ ਦੌਲਤਾਂ ਆਖਣ ਲੱਗੀ, ਮੇਰੇ ਹਿਰਦੇ ਵਿੱਚ ਕੋਈ ਹੁਣ ਇੱਛਾ ਨਾ ਰਹੀ। ਮੈਨੂੰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਨੇ ਹੀ ਆਪ ਹੀ ਦੌਲਤ ਨਾਲ ਭਰਪੂਰ ਕਰ ਦਿੱਤਾ, ਜਿਹਦੇ ਦੀਦਾਰ ਕਰਦਿਆਂ ਮੇਰੇ ਹਿਰਦੇ 'ਚ ਕੋਈ ਇੱਛਾ ਨਹੀਂ, ਕੋਈ ਤਾਂਘ ਨਹੀਂ। ਇੱਕ ਉਹ ਮਾਤਾ, ਜਿਸ ਮਾਤਾ ਦੀ ਕੁੱਖ ਤੋਂ ਜਨਮ ਲਿਆ, ਉਹ ਮਾਤਾ ਵੀ ਧਨ ਹੈ। ਤਾਂ ਹੀ ਬਾਣੀ ਨੇ ਕਿਹਾ, ਕਹਿੰਦੇ ਧਨ ਧਨ ਪਿਤਾ, ਧਨ ਧਨ ਕੁਲ, ਧਨ ਧਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਜਿੱਥੇ ਅਸੀਂ ਗੁਰੂ ਨਾਨਕ ਸਾਹਿਬ ਜੀ ਨੂੰ ਧਨ ਕਹਿ ਰਹੇ ਹਾਂ, ਧਨ ਨੇ ਮਾਤਾ ਤ੍ਰਿਪਤਾ ਜੀ, ਧਨ ਨੇ ਪਿਤਾ ਭਾਈ ਕਲਿਆਣ ਦਾਸ ਜੀ, ਧਨ ਹੈ ਉਹ ਕੁਲ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਧਨ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੁਹਾਡਾ ਪਰਿਵਾਰ, ਧਨ ਹੋ ਤੁਸੀਂ। ਸਤਿਗੁਰੂ ਜੀ ਬਚਪਨ ਦੇ ਚੂਜ ਕਰਦੇ, ਤੁਸੀਂ ਜਾਣਦੇ। ਪਹਿਲੀ ਸੀ ਦਾਈ ਦੌਲਤਾਂ, ਦੂਜੀ ਗੁਰੂ ਨਾਨਕ ਸਾਹਿਬ ਜੀ ਨੂੰ ਰੱਬੀ ਰੂਪ ਵੇਖਣ ਵਾਲਾ ਉਹਨਾਂ ਦੀ ਵੱਡੀ ਭੈਣ ਸੀ ਬੇਬੇ ਨਾਨਕੀ। ਤੀਜੇ ਰੂਪ ਵਿੱਚ ਸਨ ਨਗਰ ਰਾਏ ਭੋਏ ਦੀ ਤਲਵੰਡੀ ਦਾ ਰਾਏ ਗੁਲਾਬ, ਜਿਨੇ ਵਾਕਈ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਬਾਲਕ ਰੂਪ ਵਜੋਂ ਨਹੀਂ ਜਾਣਿਆ, ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਕਰਕੇ ਜਾਣਿਆ ਵੀ ਇਹ ਗੁਰੂ ਨਾਨਕ ਸਾਹਿਬ ਰੱਬੀ ਰੂਪ ਨੇ। ਭਾਈ ਸਾਹਿਬ ਗੁਰਦਾਸ ਜੀ ਕੀ ਕਹਿੰਦੇ, ਕਹਿਣ ਲੱਗੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਗਟ ਹੋਏ ਤੇ ਜਿਹੜੇ ਪ੍ਰਗਟ ਹੁੰਦੇ ਨੇ ਉਹ ਕਦੀ ਖਤਮ ਨਹੀਂ ਹੁੰਦੇ। ਅਸੀਂ ਪੜ੍ਹਦੇ ਹਾਂ ਕਿ ਪ੍ਰਗਟੇ ਉਹ ਖਾਲਸਾ ਪਰਮਾਤਮਾ ਕੀ ਮੌਤ। ਜੇ ਖਾਲਸਾ ਪ੍ਰਗਟ ਹੋਇਆ ਤੇ ਖਾਲਸੇ ਦਾ ਕੋਈ ਨਾਸ਼ ਨਹੀਂ। ਜੇ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤੇ ਐਸੇ ਪ੍ਰਗਟ ਹੋਏ ਕਿ ਨਾਨਕ ਰਾਜ ਨੇ ਚਲਾਉਂਦਿਆਂ ਚਲਾਉਂਦਿਆਂ ਖਾਲਸਾ ਰਾਜ ਸਾਰਾ ਸੰਸਾਰ ਵਿੱਚ ਕਾਇਮ ਕਰ ਦਿੱਤਾ। ਔਰ ਬੜੀ ਅਨੋਖੀ ਗੱਲ ਸੰਗਤ, ਇਹ ਐਸੀ ਪ੍ਰਗਟਤਾ ਗੁਰੂ ਨਾਨਕ ਸਾਹਿਬ ਜੀ ਨੇ ਵਿਲੱਖਣ ਰੂਪ ਵਿੱਚ ਚਲਾਈ, ਜਿਹਨੂੰ 553 ਸਾਲ ਚੱਲੇ। ਇੱਕ ਨਿਊ ਯੰਗੈਸਟ ਧਰਮ ਸਾਡਾ ਬਣਿਆ ਗਿਆ। ਜੇ ਧਰਮ ਦੀ ਕੰਪੈਰੀਟਿਵ ਸਟੱਡੀ ਵਿੱਚ ਵੇਖੀਏ, ਜਿਹੜੇ ਕਾਰਜ ਜੋ ਚੀਜ਼ਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪ੍ਰਗਟ ਕਰਕੇ ਪ੍ਰਚਲਿਤ ਕੀਤੀਆਂ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹ ਸਿੱਖੀ ਦੇ ਮੂਲ ਤੇ ਥੰਮ ਸਥਾਪਿਤ ਕੀਤੇ। ਇਸਲਾਮ ਧਰਮ ਨੂੰ ਪੜ੍ਹੋ ਤੇ ਉਹਨਾਂ ਵਿੱਚ 5 ਥੰਮ ਨੇ। ਹਰੇਕ ਮੂਮਨ ਲਈ ਹਜ ਕਰਨੀ, ਯਾਤਰਾ ਕਰਨੀ ਮੱਕੇ ਦੀ ਜ਼ਰੂਰੀ ਹੈ। ਹਰੇਕ ਮੂਮਨ ਲਈ 5 ਨਮਾਜ਼ਾਂ ਦੇ ਧਾਰਨੀ ਹੋਣਾ ਅਤ ਜ਼ਰੂਰੀ ਹੈ। ਹਰੇਕ ਮੂਮਨ ਲਈ ਜ਼ਕਾਤ ਕਹਿੰਦੇ ਨੇ ਦਸਵੰਧ ਦੇਣਾ। ਅਸੀਂ 10ਵਾਂ ਹਿੱਸਾ ਦਿੰਦੇ ਹਾਂ। ਉਹ ਆਪਣੀ ਕਮਾਈ ਦਾ 2.5% ਕੁਝ ਹਿੱਸਾ ਜ਼ਕਾਤ ਦੇ ਰੂਪ ਵਿੱਚ ਭਲੇ ਨਹੀਂ ਦਿੰਦੇ। ਇਸ ਤਰ੍ਹਾਂ ਉਹ ਵੀ ਆਪਣੇ ਧਰਮ ਵਿੱਚ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੇ ਵਿਲੱਖਣ ਫਿਲਾਸਫੀ ਦੇ ਕੇ ਸਾਨੂੰ ਇਸ ਧਰਮ ਦੀ ਅਹਿਮੀਅਤ ਸਮਝਾਈ ਵੀ ਧਰਮ ਹੈ ਕਿ ਭਾਉ ਧਰਮ ਦਇਆ ਕਰ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਜਿਸ ਧਰਮ ਨੂੰ ਸੰਸਾਰ ਦੇ ਬਸ਼ਿੰਦਿਆਂ ਨੇ ਉਜਾੜ ਕੇ ਰੱਖ ਦਿੱਤਾ ਸੀ, ਉਸ ਧਰਮ ਦੀ ਪਰਿਭਾਸ਼ਾ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸੰਸਾਰ ਵਿੱਚ ਪ੍ਰਗਟ ਕੀਤਾ। ਬਚਪਨ ਦਾ ਸਮਾਂ ਹੈ। ਪਟਵਾਰੀ ਦੀ ਨੌਕਰੀ ਹੋਣ ਕਰਕੇ ਜ਼ਿਆਦਾ ਬਿਜ਼ਨਸ ਮਾਈਂਡ ਸੀ ਮਹਿਤਾ ਕਲਿਆਣ ਦਾਸ ਜੀ।
उन्होंने मन बनाया भी मेरा बहुत ज्यादा काम काज है, इस काम काज में मेरा पुत्र सांभे। ते संगत जी, मैं जिवें आरंभ विच बेनती कीती सी कि भाओ ते भाओ, एक डर ते प्रेम जिस सिख दे हिरदे विच है, ਉਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਸਕਦਾ ਹੈ। ਦੂਜਾ हाँ, जे गुरु अपनी नजर अनायत कर दे, फजल कर दे, ते उत्थे साहिब ने फिर यह भी लिखा कि जो प्राणी गोबिंद ते आवे, पढ़िया अनपढ़िया परम गत पावे, ओदी नजर चाहिए। पर खास तौर पे कहते भी मैं तो कल्याण दास जी अजे समझ नहीं सके सन कि ये मेरा पुत्र है या कोई संत भगत के रूप में आया है। भाई साहब गुरदास जी कहते सिंह पुत्रे मिर्गावली भन्नी जाए ना कीर्तन। गुरु नानक साहब जी का प्रकाश ऐसा सी, कहते जिस तरह सिंह कहते ने शेर नूं, मिर्गावली कहते हिरना, कहते हिरना की डाल जंगल दे विच भज उठदी है जदों सिंह गरजदा है, शेर गरजदा है। गुरु नानक साहब जी का प्रकाश होया, इस प्रकाश ने सदा सदा लई हिरना रूपी जिन्ने भी इस संसार के दुश्मन सन, इस संसार के कूड़ फैलाउण वाले सन, वो हिरना रूपी सारे कूड़ फैलाउण वाले उन्हां राक्षसां नूं भजा दित्ता। ते गुरु नानक साहब जी दे सच दा डंका संसार शेर की गरज वांग प्रगट होए, जिहदे आसरे अज असीं आनंद लै रहे, बख्शिशां लै रहे। गोपाल पादा, पादा कहते ने टीचर, गोपाल पादे को पढ़न लई भेजिया है। और मेहता कल्याण दास जी ने आख्या कि गोपाल पादा जी, मैं अपने बालक को ऐसी विद्या देना चाहता है जिहड़ी विद्या संसार में किसी बच्चे को ना हो। सतगुरु गुरु नानक साहब जी ने वो दिती सलेट पढ़ करके पट्टी और आख्या गोपाल पादे ने लिख। एक सतगुरु गुरु नानक साहब महाराज उस रूहानियत के मुजस्मे के विचों प्रगट हुए सन, क्योंकि भाई गुरदास जी कहते सुनी पुकार दातार प्रभ गुरु नानक जन्माहे पठाए। इस संसार के सड़ते बढ़ते लोगों की पुकार सी कि हे अकाल पुरख परमात्मा, कोई ऐसा रब्बी नूर औलिया अवतार भेज जिहदे दीदार करदियां हिरदे नूं ठंड पए, जिहदे उपदेश नूं सुणदियां हिरदे विच आत्मक आनंद आ जाए, ते जिहदे सृष्टि के चरण पैण दे नाल सारी सृष्टि पवित्र हो जाए। ते की होया फिर? कहते गुरु नानक साहब अवतार परमेश्वर स्वरूप दे विच आप सृष्टि ते प्रगट हुए। चरण धोए रहरास कर चरणामृत सिखा भी लाए। सतगुरु जी महाराज जी ने एक सिख जिहड़ी फिलोसफी सी उन्होंने प्रगट किया, सिखण दी फिलोसफी। हर कोई तो आगू बन के कहता सी ना भी मैं हाँ जो मैं ही मैं हाँ। जिवें सृष्टि रचना की जो गल करिए तो गुरु नानक साहब जी ने यह भी भरम मुकाया। गोपाल पादे ने आख्या लिखो, एक गुरु नानक साहब की लिखते ने सस्सै सुए सृष्टि दिन साडी। पट्टी बाणी तुसीं दर्शन करते हो गुरु ग्रंथ साहब महाराज विच गुरु नानक साहब जी की, एक पट्टी बाणी गुरु अमरदास पातशाह जी की। गुरु नानक साहब जो सस्से अखर द्वारा लिखते ने सस्सै सुए सृष्टि दिन साडी। गोपाल पादा सुन हैरान कि ये मेरा भी अध्यापक निकलिया, ये मेरा भी गुरुआं दा गुरु निकलिया, जिन्हें मैनू एक अखर विचों ही उस निरंकार के घर की अनोखी अगमी ना समझण वाली वो बात भी मैनू समझा के सामने रख। वो भी चरणां नूं पकड़ के कहन लगा, तुम कोई दुनियावी बालक नहीं, तू संत है, भगत है। आख्या मेहता कल्याण दास जी, मैनू तुहाडे धन की लोड़ नहीं, इस बालक ने तां मैं पढ़ाउण दी थां ते तां आप इहदा विद्यार्थी बन गया, क्योंकि इस बालक दे कोल दुनियावी ज्ञान होगा, पर नहीं, दुनियावी ज्ञान तो ऊपर अध्यात्मक ज्ञान ऐसा ज्ञान है जिस ज्ञान ने मेरे हिरदे दे जन्मां जन्मांतरां की लगी हुई मैल नूं धो दिता, सदा सदा दी मेरी अंदर दी मैल नूं खत्म कर दिता।
ਤੇ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਜੀ ਸਾਨੂੰ ਵੀ ਇਹ ਸਮਝਾਇਆ ਹੈ, ਜੇ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਕੀ ਸਮਝਾਇਆ ਹੈ? ਕਹਿਣ ਲੱਗੇ ਹੱਥ ਮੈਲੇ ਹੋ ਜਾਵਣ, ਵਸਤਰ ਮੈਲੇ ਹੋ ਜਾਵਣ ਤੇ ਸਾਬਣ ਨਾਲ ਧੋ ਲੈਨੇ, ਪਰ ਜੇਕਰ ਮਨ ਮੈਲਾ ਹੈ, ਕੋਈ ਆਖੇ ਨਹੀਂ ਮੇਰਾ ਮਨ ਕਿੱਥੋਂ ਮੈਲਾ ਹੈ, ਮੈਂ ਨਾਮ ਵੀ ਜਪਦਾ ਹਾਂ, ਬਾਣੀ ਵੀ ਪੜ੍ਹਦਾ ਹਾਂ, ਪਰ ਨਹੀਂ, ਗੁਰੂ ਸਾਹਿਬ ਸਾਡਾ ਅੰਦਰਲਾ ਸ਼ੀਸ਼ਾ ਦਿਖਾਉਂਦੇ ਨੇ। ਗੁਰਬਾਣੀ ਇੱਕ ਦਰਪਣ ਦੀ ਤੇ ਆਈ ਹੈ, ਸਾਡੇ ਅੰਦਰ ਦੇ ਅੰਦਰ ਜੋ ਕੁਝ ਚੱਲ ਰਿਹਾ ਉਹ ਸਾਹਮਣੇ ਪ੍ਰਗਟ ਕਰਦੀ ਹੈ। ਸਾਹਿਬ ਦੇ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੁਆ ਸਿਆਹੂ, ਕਹਿਣ ਲੱਗੇ ਤੇ ਜਨਮਾਂ ਜਨਮਾਂਤਰਾਂ ਦੀ ਮੈਲ ਨਾਲ ਕਾਲਾ ਹੋਇਆ ਪਿਆ ਤੇ ਤੂੰ ਕਹਿੰਦਾ ਪਵਿੱਤਰ ਹੈ। ਇਹੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ। ਸੰਗਤ ਜੀ ਸਾਰੇ ਇਤਿਹਾਸ ਨੂੰ ਜਾਣਦੇ, ਪਰ ਆਪਾਂ ਇਹ ਯਤਨ ਕਰ ਰਹੇ ਹਰ ਕੀਆਂ ਕਥਾ ਕਹਾਣੀਆਂ ਇਹੀ ਸਿਖਾਉਂਦੀਆਂ ਨੇ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮਕੋ ਦੁੱਖ ਨਹੀਂ ਭਾਈ। ਮੀਰ ਸਾਹਿਬ ਕਹਿੰਦੇ ਮੇਰੇ ਮਿੱਤਰ ਕਿਸੇ ਦਾ ਬੁਰਾ ਨਾ ਸੋਚ, ਤੇਰਾ ਬੁਰਾ ਕਿਵੇਂ ਹੋ ਜਾਏਗਾ? ਇਹੀ ਮੈਲ ਹੈ ਹੰਕਾਰ ਦੀ ਪੰਜਾ ਲੁਕਾਰਨ। ਸਾਹਿਬ ਕਹਿੰਦੇ ਅੰਦਰਲੇ ਮਨ ਨੂੰ ਕਿਵੇਂ ਧੋਏਗਾ? ਤੇ ਸੱਚੇ ਪਾਤਸ਼ਾਹ ਫਿਰ ਉਪਦੇਸ਼ ਦਿੰਦੇ ਕਹਿੰਦੇ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਦਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲੱਗਿਆ ਉਹ ਧੋਏ। ਬਾਹਰੀ ਤਾਂ ਧੋ ਲਵਾਂਗੇ, ਪਰ ਆਤਮਿਕ ਰੂਪ ਨੂੰ ਕਿਵੇਂ ਧੋਣਾ ਹੈ? ਸਾਹਿਬ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਵਾਹਿਗੁਰੂ ਦੇ ਨਾਮ ਨਾਲ, ਗਿਆਨ ਨਾਲ, ਹਿਰਦੇ ਵਿੱਚ ਪ੍ਰਕਾਸ਼ ਕਰਨਾ, ਸਤਿਗੁਰ ਸ਼ਬਦ ਉਜਾਰੂ ਦੀਪਾ। ਸ਼ਬਦ ਦਾ ਦੀਪ ਜਿਹੜਾ ਭੱਟ ਵੀ ਕਹਿੰਦੇ ਨੇ, ਬਲਿਓ ਚਿਰਾਗ ਅੰਧਿਆਰ ਨੇ। ਭੱਟ ਸਾਹਿਬ ਕਹਿੰਦੇ ਨੇ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਉਹ ਗਿਆਨ ਦਾ ਚਿਰਾਗ ਬਣ ਕੇ ਆਏ। ਜਿਵੇਂ ਹੀ ਸੰਸਾਰ ਵਿੱਚ ਦੀਪ ਜਗਦਾ ਹੈ ਤੇ ਹਨੇਰਾ ਖਤਮ ਹੋ ਜਾਂਦਾ ਹੈ। ਵਾਕਈ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੇ ਸਾਰੇ ਹੀ ਅਗਿਆਨਤਾ ਦੇ ਹਨੇਰੇ ਮਿਟਾ ਦਿੱਤੇ ਤੇ ਸਾਨੂੰ ਸੱਚ ਸੁਣਾਈ ਸੀ। ਸੱਚ ਕੀ ਵੇਲਾ ਕਰ ਸੱਚ ਨਾਲ ਜੋੜ ਦਿੱਤਾ ਤੇ ਸਦਾ ਲਈ ਸ਼ਰਸ਼ਾਰ ਕਰਕੇ ਸਾਨੂੰ ਇੱਕ ਅਕਾਲ ਪੁਰਖ ਦੇ ਉਪਾਸ਼ਕ ਬਣਾਇਆ ਸੀ। ਐਸੀ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ। ਗੋਪਾਲ ਪਾਦਾ ਕਹਿਣ ਲੱਗਾ ਨਹੀਂ, ਮੈਂ ਤਾਂ ਕਲਿਆਣ ਦਾਸ ਦੀ ਇਹ ਮੇਰੇ ਵਾਸਤੇ ਦੀ ਗੱਲ। ਅੱਗੇ ਸਮਾਂ ਆਇਆ, ਧਰਮ ਦੀ ਇੱਕ ਆਈਡੀਓਲੋਜੀ ਦੇ ਵਿੱਚ ਨਾ ਸਾਡੇ ਚਾਰ ਕਾਰਜ ਬੜੇ ਪ੍ਰਮੁੱਖ ਨੇ। ਕਿਸੇ ਵੀ ਧਰਮ ਦੀ ਗੱਲ ਕਰੀਏ, ਜਿਹਨੂੰ ਸਿੱਖ ਰਹਿਤ ਮਰਿਆਦਾ ਵਿੱਚ ਸੰਸਕਾਰ ਕਿਹਾ ਜਾਂਦਾ। ਪਹਿਲਾ ਹੈ ਜਨਮ ਤੇ ਨਾਮ ਸੰਸਕਾਰ। ਬੱਚੇ ਦਾ ਜਨਮ ਹੁੰਦਾ ਹੈ, ਗੁਰਮਤ ਅਨੁਸਾਰ ਕਿਵੇਂ ਨਾਮਕਰਨ ਕਰਨਾ ਹੈ ਉਹ ਸਾਰੀ ਵਿਧੀ। ਫਿਰ ਅੱਗੇ ਦੂਜਾ ਪੜਾਅ ਹੁੰਦਾ ਹੈ ਤਾਂ ਉਸ ਵਿੱਚ ਅੰਮ੍ਰਿਤ ਸੰਸਕਾਰ, ਬੱਚੇ ਨੂੰ ਗੁੜਤੀ ਦੇਣੀ, ਜਿਹਨੂੰ ਆਪਾਂ ਕਹਿੰਦੇ ਧਰਮ ਦੀ ਗੁੜਤੀ ਦੇਣੀ। ਤੀਸਰੇ ਨੰਬਰ ਤੇ ਫਿਰ ਸੰਸਕਾਰ ਹੁੰਦਾ ਹੈ ਆਨੰਦ ਸੰਸਕਾਰ ਗ੍ਰਸਥ ਜੀਵਨ ਵਿੱਚ। ਤੇ ਲਾਸਟ ਜਿਹੜਾ ਜਿਹਨੂੰ ਗੁਰੂ ਅਮਰਦਾਸ ਸਾਹਿਬ ਕਹਿੰਦੇ ਦਸਵਾਂ ਦਿੱਤਾ ਹੁਆ ਸਵਾਹ, ਉਹ ਮੌਤ ਨਿਰਤਕ ਸੰਸਕਾਰ। ਹਰੇਕ ਧਰਮ ਵਿੱਚ ਜਿਵੇਂ ਇਸਲਾਮ ਵਿੱਚ ਸੁਨਨਤ ਕੀਤੀ ਜਾਂਦੀ ਹੈ, ਧਰਮ ਦਾ ਇੱਕ ਚਿੰਨ੍ਹ ਹੈ, ਲਖਾਇਕ ਹੈ, ਇਦਾਂ ਹੀ ਸਨਾਤਨ ਧਰਮ ਦੇ ਵਿੱਚ ਵੀ ਜਿਹੜੀ ਇੱਕ ਰੀਤ ਚਲਾਈ ਜਾਂਦੀ ਸੀ ਵੀ ਬ੍ਰਾਹਮਣ ਦੇ ਘਰ ਵਿੱਚ ਬ੍ਰਾਹਮਣ ਨੂੰ ਸੱਦ ਕਰਕੇ ਬੱਚੇ ਜਦੋਂ ਜਿਸ ਵੇਲੇ ਬਾਲਕ ਸਮਝਣ ਦੇ ਯੋਗ ਹੋ ਜਾਏ, ਦੁਨਿਆਵੀ ਕਿਰਤ ਕਰਨ ਦੇ ਯੋਗ ਹੋ ਜਾਏ, ਸਮਝ ਸਕੇ ਗੱਲ ਨੂੰ, ਧਰਮ ਨੂੰ, ਤਾਂ ਉਹਨੂੰ ਧਰਮ ਦੇ ਚਿੰਨ੍ਹ ਪਹਿਨਾਏ ਜਾਂਦੇ। ਜਿਹਨੂੰ ਇਹ ਕਿਰਤ ਇਹ ਕਾਰਜ ਨਿਭਾਉਣ ਲਈ ਪੰਡਤ ਹਰਦਿਆਲ ਨੂੰ ਸੱਦਿਆ ਗਿਆ। ਮਹਿਤਾ ਕਲਿਆਣ ਦਾਸ ਜੀ ਨੇ ਆਪਣੇ ਘਰ ਵਿੱਚ ਵੱਡਾ ਇੱਕ ਜਲਸਾ ਬਣਾਇਆ। ਦੂਰ ਦਰਾਡੇ ਪਰਿਵਾਰਕ ਰਿਸ਼ਤੇਦਾਰ ਸਕੇ ਸੰਬੰਧੀ ਸੱਦੇ, ਭਾਰੀ ਕੱਢ ਕੇ ਅੱਜ ਮੇਰੇ ਪੁੱਤਰ ਦਾ ਜਨੇਊ ਪਹਿਨਣਾ ਹੈ, ਧਰਮ ਵਿੱਚ ਪ੍ਰਵੇਸ਼ ਹੋਣਾ ਹੈ। ਤੇ ਉੱਥੇ ਵੀ ਗੁਰੂ ਨਾਨਕ ਸਾਹਿਬ ਸੱਚ ਦੀ ਗੱਲ ਕਰ ਰਹੇ। ਕੀ ਕਹਿ ਰਹੇ? ਪੰਡਤ ਹਰਦਿਆਲ ਸੂਤ ਦਾ ਧਾਗਾ ਵਟ ਰਿਹਾ ਹੈ, ਸਾਰੇ ਉਹਨੇ ਆਪਣੀ ਸਮੱਗਰੀ ਰੱਖੀ ਹੈ, ਮੰਤਰ ਉਚਾਰਨ ਕਰਨ ਲੱਗਾ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਨਹੀਂ ਪੰਡਤ ਹਰਦਿਆਲ ਜੀ, ਇਹ ਜਿਹੜੇ ਮੰਤਰ ਤੁਸੀਂ ਉਚਾਰਨ ਕਰ ਰਹੇ ਹੋ ਇਹ ਮੈਨੂੰ ਪ੍ਰਵਾਨ ਨਹੀਂ। ਮੈਨੂੰ ਤਾਂ ਸੱਚ ਦਾ ਬੀਜ ਮੰਤਰ
मूल मंत्र जिहड़ा धुर दरगाह सारे ब्रह्मांड विच यूनिवर्सल ट्रुथ विच एक पिता एक के हम बारक का संदेश देता है, वो मंत्र मैनूं चाहिए। पंडित हरदयाल कहन लगा, बालक अजे तू छोटा है, तेरियां गल्लां दे विच कोई ऐसा तत्व नहीं। ते गुरु नानक साहब भरी सभा विच कहन लगे, नहीं पंडित हरदयाल जी, जे तुसीं वाकई ही पंडित हो ते पंडित का अर्थ है ज्ञानवान पुरुष, ते जे हृदय विच ज्ञान है ते एक गल दी विचार करिए। पंडित हरदयाल वेद पढ़न करके हंकारी सी ते कहन लगा, चल फिर की विचार हुई? आखण लगा भी ये साडे धर्म की सनातन रीत विच मर्यादा है जनेऊ धारण करना, जेड़ा ब्राह्मण पासों जनेऊ धारण कर लेंदा है वो पवित्र हो जाता है। गुरु नानक साहब कहते की गल बाकी सारे अपवित्र ने। सतगुरु गुरु नानक साहब कहने लगे, पंडित हरदयाल जी तुहाडा पहनाया जनेऊ एक दिन टूट जाएगा, ये मैला भी हो जाना, ये बिरस भी जाना, ते फिर सारे जनेऊ धारण करने वाले जो जनेऊ टूट जाता है की गल उदों अपवित्र हो जाते हैं। तां उदों फिर गुरु की संगत सतगुरु कहते, नहीं पंडित हरदयाल जी भरम चो निकलो, मैनू तां दया रूपी कपाह वाला ये जनेऊ चाहिए, संतोख की सूत होवे, जात दी सत दी उन्नू वड्डी होवे, मैं फिर इस जनेऊ नूं धारण कਰਾਂ। दया कपाल संतोख सूत जत गंढी सत कट, यह जनेऊ जी का हाई का पाने कत कत का अर्थ है बना। जे तेरे कोल है वो जनेऊ जेड़ा ना इह टूटा ना मल लगे ना इह जले ना जाए, धन सो मानस नानका जो गल चले पाए, कहते वो गल विच जनेऊ धारण करना है। जे पंडित हरदयाल जी है तुहाडे कोल दे सामने रखो। देखो सतगुरु जी ने सानू ये मटीरियलिज्म तो कढ़ के स्पिरिचुअलिज्म दे विच सानू प्रवेश कराया, पदार्थवादी सोच तो कढ़ के अध्यात्मकवादी सोच विच प्रवेश कराया। यही गुरु नानक साहब का प्रकाश पुरब मनाया प्रवान है। जे असीं अपने मन करके भी, भाई साहब गुरदास जी कहते ने ना कि गुरु की कला वेखनी है, गुरु कैसा है, ताकि कर जिथे अपने तन के पैरों नाल चल के आउंदा है ना, उथे किते मन करके भी गुरु की शरण में आना शुरू कर दे, गुरु आप खलो के तेनू लै लिया है। बाणी दा भाई साहब गुरदास जी की इस रचना का असीं महान पौड़ी रूप विच ये वचन पढ़ते भी हाँ कि चरण सतगुर एक पैंडा जाए चल, सतगुर कोट पैंडा आज्ञा ही लेत है। ये ते हो गया तन करके चलना, ते मन की गल भी अगे की कहते एक बार सतगुरु मंत्र सिमरन मातल, एक बार जे गुरु नानक रसना नाल कह दें, वाहिगुरू रसना नाल कह दें, ते की होएगा? कहते गुरु कृपा करके सिमरन ताहे गुरु बारंबार देता है, गुरु ते गुरु बार बार नाम जपाएगा। ते मानुख जीव की कहते ने कि नाम जपण का की फायदा, पर गुरु की बाणी ते कहती रसना मिली है। ये रसना बार बार नहीं मिलने, ये रसना साह हर श्वास श्वास लेने हैं, ते जे सारा साह साह ना ले रहे हैं ते नाम भी उस करतार का हर साह ना लेना चाहिए। ताई का पंजवें पातशाह जी की बाणी में भी उपदेश है, बारंबार बार प्रभ जपी है, एक बार नहीं बारंबार जिन्ने साह लेना है उन्हें साह विच उस करतार का नाम ही जपी, तां जो तेरी आत्मा का परमात्मा नाल मेल हो जाए। पंडित हरदयाल गुरु नानक साहब महाराज जी के चरणों पे टह गया। भाई साहब गुरदास जी ने बिल्कुल ठीक लिखा कि चरण धोए रह रास कर चरना मृत सिखां की लाया। महाराज गुरु नानक साहब जी के प्रकाश तो ही सिख फिलोसफी शुरू हो गई। सिखण वालियां दी दाई दौलत गुरु नानक साहब जी की ऐसी महान भावना वाली सिख बनी। माता त्रिपता जेड़ा जेड़ा भी राय बुलार वर्गे गुरु नानक साहब जी की चरण शरण में आउंदे गए तो गुरु नानक दे बन के रखे, गुरु नानक साहब के रूप हो गए। धन गुरु नानक देव साहब महाराज जी ने ऐसी मनुखता को उपदेश दे के समझाया। गुरु की संगत
ਪੰਡਤ ਹਰਦਿਆਲ ਦੇ ਬਾਅਦ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਵਿੱਚ ਵਿਚਰਦੇ ਨੇ, ਮੱਝੀਆਂ ਵੀ ਚਰਾਉਂਦੇ ਨੇ। ਜਿਹੜੀ ਉਸ ਸਮੇਂ ਦੀ ਕਿਰਤ ਸੀ, ਜਿਹੜਾ ਕੰਮ ਸੀ, ਉਸ ਕਾਰਜ ਨੂੰ ਨਹੀਂ ਕਰਦੇ। ਕਿਰਤ ਦੀ ਫਿਲਾਸਫੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਕੀਤੀ ਤੇ 20 ਰੁਪਏ ਪਿਤਾ ਨੇ ਦਿੱਤੇ, ਕਿਉਂਕਿ ਬਿਜ਼ਨਸ ਮਾਈਂਡ ਸੀ ਨਾ, ਕਿ ਕੰਮ ਸਾਰਾ ਬਿਜ਼ਨਸ ਦਾ, ਪਟਵਾਰੀ ਦਾ ਕੰਮ ਹੀ ਸੀ, ਲਿਖਤ ਪੜ੍ਹ, ਸਾਰਾ ਹਿਸਾਬ ਕਿਤਾਬ ਉਹਨੂੰ ਮੇਨਟੇਨ ਕਰਕੇ ਰੱਖਣਾ। ਸੋ ਉਹ ਉਸ ਟਾਈਮ ਕੰਮ ਪਿੱਛੋਂ ਪਿਤਾ ਤੋਂ ਇਹ ਕੰਮ ਚੱਲਿਆ ਆ ਰਿਹਾ ਸੀ, ਜਿਸ ਕਾਰਨ ਕਰਕੇ ਰਾਏ ਬੁਲਾਰ ਬੜਾ ਹੀ ਇਹਦੇ ਕੰਮ ਤੋਂ ਖੁਸ਼ ਹੁੰਦਾ ਸੀ, ਪਰ ਇੱਕ ਗੱਲ ਤੋਂ ਨਾਰਾਜ਼ ਸੀ। ਰਾਏ ਬੁਲਾਰ ਜਿਹੜਾ ਹਾਕਮ ਸੀ ਉਸ ਸਮੇਂ, ਉਹ ਕਹਿੰਦਾ ਮਹਿਤਾ ਕਲਿਆਣ ਦਾਸ, ਇਹ ਦੁਨਿਆਵੀ ਪੁੱਤਰ ਨਹੀਂ, ਇਹ ਰੱਬੀ ਪੁੱਤਰ ਹੈ, ਤੈਨੂੰ ਮਿਲਿਆ ਤੇ ਤੈਨੂੰ ਇਹ ਰੱਬੀ ਪੁੱਤਰ ਦੀ ਦਾਤ ਦਾ ਸ਼ੁਕਰਾਨਾ ਕਰਨਾ ਚਾਹੀਦਾ। ਐਵੇਂ ਬਿਨਾਂ ਕਿਸੇ ਕੰਮ ਤੋਂ ਆਪਣੇ ਪੁੱਤਰ ਨਾਲ ਝਿੜਕਦਾ ਰਹਿਣਾ। ਪਰ ਸੁਖ ਹੈ, ਗੱਲ ਫਿਰ ਉੱਥੇ ਹੀ ਆਉਂਦੀ ਹੈ ਕਿ ਭਾਵ ਤੇ ਭਗਤੀ, ਪ੍ਰੇਮਾ ਭਗਤੀ ਦੀ ਗੱਲ ਆਣ ਕੇ ਟਿਕਦੀ ਹੈ। ਜਿਹਦੇ ਹਿਰਦੇ ਵਿੱਚ ਪ੍ਰੇਮ ਹੈ, ਸ਼ਰਧਾ ਹੈ, ਉਹਦੀ ਸ਼ਰਧਾ ਦੀ ਜੇ ਨਿਸ਼ਾਨੀ ਪੁੱਛੀਏ ਨਾ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਾਣੀ ਵਿੱਚ ਵੀ ਜ਼ਿਕਰ ਪਏ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਇਹ ਜ਼ਿਕਰ ਹੈ ਪ੍ਰੇਮ ਦਾ। ਕੈਸਾ? ਕਹਿੰਦੇ ਮੂਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਸ਼ੋਰੀ ਨਾ ਛੁਟੈ, ਐਸੀ ਮਾਂ ਦਓ ਖਿੰਚ ਤਨੀ। ਮੇਰੀ ਆਪਣੇ ਲਾਭ ਨਾਲ, ਵਾਹਿਗੁਰੂ ਨਾਲ, ਪਿਆਰੇ ਨਾਲ ਐਸੀ ਪ੍ਰੀਤ ਬਣ ਗਈ ਕਿ ਸਰੀਰ ਉਦਮ ਕਰੇਗਾ ਨਾ ਕਰੇ, ਪਰ ਮਨ ਹੈ ਕਿ ਅੱਜ ਅੰਮ੍ਰਿਤ ਵੇਲਾ ਹੋ ਜਾਏ ਤੇ ਉੱਠ ਕੇ ਮੈਂ ਨਾਮ ਜਪਣਾ। ਸਰੀਰ ਸਾਥ ਦੇ ਨਾ ਦੇ, ਇਹ ਸੰਸਾਰ ਦੀ ਹੈ, ਪਰ ਅਧਿਆਤਮਿਕ ਰੂਪ ਵਿੱਚ ਮੇਰੀ ਐਸੀ ਪਿਆਰੇ ਨਾਲ ਪ੍ਰੀਤ ਬਣੀ। ਐਸੀ ਪ੍ਰੀਤ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਾਰਿਆਂ ਨੂੰ ਆਸ਼ਿਕ ਬਣਾ ਦਿੱਤਾ। ਤਾਂ ਗੁਰੂ ਨਾਨਕ ਸਾਹਿਬ ਜੀ ਦੇ ਆਸ਼ਿਕ ਬਣ ਕੇ ਉਹ ਜਗਤ ਦੇ ਸਾਰੇ ਲੋਕ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਗਾਉਂਦੇ ਸਨ। ਤੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਦੇ ਨਾਲ ਘਰ ਘਰ ਵਿੱਚ ਇਹ ਐਸਾ ਧਰਮਸ਼ਾਲ ਬਣ ਗਈ, ਜਿਹੜਾ ਧਰਮ ਸੱਚ ਕਿਨਾਰੇ ਰਹਿ ਗਿਆ। ਖੈ ਮਰਦੇ ਬਾਹਮਣ ਕੋ ਲੜੇ, ਆਪਸ ਵਿੱਚ ਧਰਮੀਆਂ ਨੂੰ ਲੜਦੇ ਰਹੇ ਸਨ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਨੇ ਇਹਨਾਂ ਧਰਮੀ ਆਗੂਆਂ ਦਾ ਵੀ ਇਹ ਵਿਤਕਰਾ ਖਤਮ ਕਰ ਦਿੱਤਾ। ਘਰ ਘਰ ਵਿੱਚ ਧਰਮ ਦਾ, ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਹਰ ਇੱਕ ਨੂੰ ਸੁਤੰਤਰਤਾ ਮਿਲ ਗਈ ਆਪਣੇ ਧਰਮ ਨੂੰ ਸਮਝਣ ਲਈ। ਸੰਗਤ ਜੀ, ਸਮਾਂ ਆਇਆ, ਪਿਤਾ ਨੇ ਆਖਿਆ ਵੀ ਮੈਂ ਆਪਣੇ ਪੁੱਤਰ ਨੂੰ ਕੋਈ ਨਾ ਕੋਈ ਕੰਮ ਤੇ ਜ਼ਰੂਰ ਪਾਉਣਾ। ਤਾਂ ਕੀ ਹੋਇਆ? 20 ਰੁਪਏ ਦਿੱਤੇ ਵੀ ਜਾ ਪੁੱਤਰ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ ਕਿ ਨਾਨਕ ਜਾ ਕਰਕੇ ਕੋਈ ਸੌਦਾ ਕਰਕੇ, ਕੋਈ ਵਪਾਰ ਕਰਕੇ ਆ। ਇਹਨਾਂ 20 ਰੁਪਇਆਂ ਦਾ ਉਸ ਸਮੇਂ, ਜੇਕਰ ਤੁਸੀਂ ਇਤਿਹਾਸਿਕ ਸਰੋਤਾਂ ਵਿੱਚ ਪੜ੍ਹੋ ਨਾ, ਤਾਂ ਅੱਜ ਦੇ ਸਮੇਂ 20 ਰੁਪਏ ਉਸ ਸਮੇਂ ਰਜਤਪਣ ਹੁੰਦੇ ਸੀ। ਰਜਤਪਣ ਇੱਕ ਪ੍ਰਕਾਰ ਦੀ ਉਸ ਸਮੇਂ ਦੀ ਕਰੰਸੀ ਸੀ ਲੋਧੀ ਵਰਸ਼ ਦੇ ਵਿੱਚ, ਕਿਉਂਕਿ ਉਸ ਸਮੇਂ ਦੋ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ। ਇੱਕ ਬਾਬਿਆਂ ਦੀ ਲਹਿਰ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋ ਗਈ ਤੇ ਦੂਜੀ ਲਹਿਰ ਸੀ ਬਾਬਰ ਕਿਆਂ ਦੀ। ਸਿਕੰਦਰ ਲੋਧੀ ਦੇ ਸਮੇਂ ਤੋਂ ਬਾਅਦ ਫਿਰ ਬਾਬਰ ਜਿਹੜਾ ਹੈ ਆਪਣੀ ਹਕੂਮਤ ਨੂੰ ਸਾਂਭਦਾ ਹੈ। ਉਹ ਵੀ ਤੁਹਾਡੇ ਸਾਹਮਣੇ ਮੈਂ ਫਿਰ ਬਾਅਦ ਵਿੱਚ ਵਿਚਾਰ ਕਰਾਂਗਾ। ਸਮਾਂ ਆਇਆ, ਗੁਰੂ ਨਾਨਕ ਸਾਹਿਬ 20 ਰੁਪਏ ਲੈ ਕੇ ਆਪਣੇ ਸਾਥੀ ਭਾਈ ਮਰਦਾਨਾ ਜੀ ਨਾਲ ਤੁਰੇ। ਭਾਈ ਮਰਦਾਨਾ ਇਸਲਾਮ ਧਰਮ ਦੇ ਵਿੱਚ ਇੱਕ ਸੈਕਟ ਹੈ, ਇੱਕ ਸੰਪਰਦਾ ਕਹਿ ਲਓ, ਜਾਂ ਇੱਕ ਵੱਖਰਾ ਇੱਕ ਕਮਿਊਨਿਟੀ ਹੈ ਜਿਹਨੂੰ ਮਰਾਸੀ ਕਿਹਾ ਜਾਂਦਾ। ਔਰ ਇਹ ਜਿਹੜੇ ਸਨ, ਇਹਨਾਂ ਦਾ ਮੁੱਖ ਕੰਮ ਸੀ ਗਾਉਣਾ। ਮੁੱਖ ਕੰਮ ਸੀ ਕੋਈ ਖੁਸ਼ੀ ਗਮੀ ਜੈਸਾ ਵੀ ਸਮਾਂ ਬਣਿਆ ਤੇ ਇਹ ਲੋਕਾਂ ਦੇ ਘਰ ਜਾ ਕੇ ਖੁਸ਼ੀ ਦੇ ਸਮੇਂ ਗਾ ਕੇ ਆਪਣਾ ਪੇਟ ਭਰਨਾ। ਜੇਕਰ ਕੋਈ ਐਸਾ ਸਮਾਂ ਆਇਆ ਤੇ ਉੱਥੇ ਬੈਰਾਗ ਵਿੱਚ ਵੀ ਗਾਉਣਾ। ਸੁਣਦੇ ਸਨ ਲੋਕ। ਪਰ ਇਸਲਾਮ ਧਰਮ ਦੇ ਵਿੱਚ ਇਹਨਾਂ ਨੂੰ ਚੰਗਾ ਨਹੀਂ ਸੀ ਮੰਨਿਆ ਜਾਂਦਾ। ਕਿਉਂ? ਕਿਉਂਕਿ ਇਸਲਾਮ ਧਰਮ ਵਿੱਚ ਰਾਗ ਨੂੰ ਕਹਿੰਦੇ ਨੇ ਇਹ ਅਪਵਿੱਤਰ ਹੈ, ਪਵਿੱਤਰ ਨਹੀਂ। ਕੋਠਿਆਂ ਤੇ, ਮੁਰਜ਼ਿਆਂ ਤੇ, ਵਿਸ਼ਵਾ ਭਰੇ ਵੇਸਵਾਵਾਂ ਦੇ ਨਾਚਾਂ ਤੇ ਇਸ ਰਾਗ ਨੂੰ ਵਰਤਿਆ ਜਾਂਦਾ।
पर संगत जी धन कहना चाहिए गुरु नानक साहिब पातशाह जी नूं, जिन्हां ने भाई मर्दाने नूं नाल लैके सानूं एक सुनेहा दिता और एक राग नूं जिहड़ा संसार दे विच तरकारिया गया सी ਉਹਨੂੰ ਪਵਿੱਤਰ ਕਰ ਦਿੱਤਾ। ਇੱਕ ਵਿਦਵਾਨ ਨੇ ਡਾਕਟਰ ਬਲਬੀਰ ਸਿੰਘ ਜੀ, ਮੈਂ ਉਹਨਾਂ ਦੀ ਕਿਤਾਬ ਪੜ੍ਹ ਰਿਹਾ ਸਾਂ ਤਾਂ ਉਹਨਾਂ ਨੇ ਕਿਤਾਬ ਵਿੱਚ ਬੜੀ ਵਧੀਆ ਉਦਾਹਰਨ ਲਿਖੀ। ਕਹਿੰਦੇ ਰਾਗ ਜਿਹੜਾ ਇੱਕ ਭਾਂਡਾ ਹੈ, ਰਾਗ ਅੱਲਾ ਦੀ ਸਦ ਹੈ। ਵੇਖੋ ਇੱਕ ਸਰੂਪ ਹੁੰਦਾ ਹੈ, ਇੱਕ ਪੂਰਨ ਤੌਰ ਤੇ ਚੀਜ਼ ਹੈ, ਉਹਨੂੰ ਉਹਦੀ ਚੀਜ਼ ਮਿਲ ਜਾਏ ਤੇ ਉਹ ਸ਼ੋਭ ਹੋ ਜਾਂਦੀ ਹੈ। ਜਿਵੇਂ गुरु नानक साहब पातशाह महाराज जी की एक परंपरा चलाई, सारे पासे यही कहते सी ना भी मर्दानिया रबाब शेर बाणी आई। किते सतगुरु जी ने बाणी पढ़ी नहीं, किते सतगुरु जी ने बाणी लिखी नहीं। की क्या मर्दानिया रबाब शेर बाणी आई है ते महाराज की करते सन, बाणी गाउंदे सन। बाणी का स्वरूप की है गाउना। ਜਦੋਂ ਰਾਗ ਵਿੱਚ ਇੱਕ ਲਹਿ ਵਿੱਚ ਬਾਣੀ ਪੜ੍ਹੀ ਸੁਣੀ ਜਾਏ ਉਹ ਮੁਰਦਿਆਂ ਨੂੰ ਜੀਵਤ ਕਰ ਦਿੰਦੀ। ਡਾਕਟਰ ਬਲਬੀਰ ਸਿੰਘ ਕਹਿੰਦੇ ਰਾਗ ਅੱਲਾ ਦੀ ਸਦ ਹੈ। ਰਾਗ ਇੱਕ ਭਾਂਡਾ ਹੈ, ਜਿਸ ਭਾਂਡੇ ਵਿੱਚ ਗੁਰਬਾਣੀ ਰੂਪੀ ਇਹ ਭੋਜਨ ਆਤਮਾ ਦੀ ਖੁਰਾਕ ਹੈ। ਆਤਮਾ ਦੀ ਖੁਰਾਕ ਸਾਨੂੰ ਪ੍ਰਦਾਨ ਹੁੰਦੀ ਹੈ। ਇਸ ਕਰਕੇ ਜੇ ਰਾਗ ਇੱਕ ਭਾਂਡਾ ਤੇ ਭਾਂਡੇ ਤੋਂ ਬਿਨਾਂ ਭੋਜਨ ਆਪਾਂ ਕਿਵੇਂ ਛਕ ਸਕਦੇ? ਨਹੀਂ ਛਕ ਸਕਦੇ। ਭਾਂਡਾ ਜ਼ਰੂਰੀ ਹੈ। इसे तरीके नाल गुरु की संगत एक राग परंपरा भी महाराज जी ने भाई मर्दाने के रूप में सानू दी। और देखो महाराज सच्चे पातशाह ऐसा अनोखे गुरु की संगत सतगुरु गरीब नवाज 20 रुपया का सच्चा सौदा भुखे साधुआं भोजन छका के करते हैं। जेड़ा सच्चा सौदा अज भी दिल्ली दी संगतां ने आप वर्गियां ने लॉकडाउन का समा आया, कैसी संसार में हैवानियत भरा समा बन गया कि एक मनुख दूजे मनुख नाल टच भी नहीं सी करता, पर ये तुहाडे वर्गे सिखां ने एक मिसाल वर्ल्ड विच कायम कीती। गुरु नानक साहिब जी दीयां ये दातां नूं संभालिया। यही गुरु नानक साहिब जी दी वडियाई है कि प्रगट भई सगले जुगंतर गुरु नानक की वडियाई। गुरु की बाबे दीयां वडियाईयां नूं गा रहे हैं, फिर आप जी दे सोदर दे दीवाना जी दीदार करांगे। मेरे पासों गुरु नानक साहिब जी के जीवन बाबत कुछ विचारा करते हैं, जेकर भुला होंदियां होण आप बख्श लेना। संगत बख्शन योग है। सतगुरु सच्चे पातशाह जी के चरणों में अरदास करती साहिब संबंध बख्शिश करके अपनी सेवा कराओ। आओ पंथ दे महान विद्वान भी ने, संत आत्मा भी ने और महान गुरबाणी के कीर्तनीय ने भाई गुरचरण सिंह जी रसिया आप जी के सामने गुरु की बाणी का जस आप जी सरवण कराउणगे। मेरियां भुलां मैनूं बख्शिओ। गज के फतेह बुलाओगे उसी साखो जी। वाहिगुरू जी का खालसा वाहिगुरू जी की फतेह। परम सत्कारयोग धन श्री गुरु ग्रंथ साहिब महाराज जी पहुंच हजूरी में गुरु प्यारी सत्संगियों को फतेह की सांझ करनी। वाहिगुरू जी का खालसा वाहिगुरू जी की फतेह। संत भाई अमरप्रीत सिंह जी कथावाचक अमृतसर वाले जवाब जन हर किया कथा कहानियां गुरमीत सुनाइया बलिहारी गुरु अपने गुरु को बजाया जवाब जन कथा द्वारा हाल किया। मैं मूर्ख की खेत तो बात है कोट परादी तरया रे गुरु नानक जिन सुनिया पेख्या से फिर गरबात करे। संतो कहते हैं मेरे मूर्ख की गल है गुरु नानक जिन्होंने सुनिया जिन्होंने